ਗੁਰਬਾਣੀ ਕੀਰਤਨ ਸਿੱਖ ਰਹੇ ਪਿਆਰੇ ਵਿਦਿਆਰਥੀਓ, ਦਾਸ ਪਰਮਜੀਤ ਸਿੰਘ ਡੁਮੇਲੀ ਵਾਲਾ ਗੁਰਬਾਣੀ ਕੀਰਤਨ ਸਿੱਖਿਆ ਵਾਸਤੇ ਅੱਜ ਤੀਸਰਾ ਐਪੀਸੋਡ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਹੈ। ਸਭ ਤੋਂ ਪਹਿਲੇ ਆਪ ਸਾਰੇ ਵਿਦਿਆਰਥੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਇਹ ਜੋ ਚੈਨਲ ਅਸੀਂ ਸ਼ੁਰੂ ਕੀਤਾ ਹੈ, ਇਹ ਚੈਨਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸ਼ੁਰੂ ਕੀਤਾ ਹੈ। ਇਸ ਚੈਨਲ ਦਾ ਸਾਡਾ ਮੁੱਖ ਮਕਸਦ ਹੈ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ। ਪਿਆਰੇ ਵਿਦਿਆਰਥੀਓ, ਸਾਡੇ ਅਤੀ ਸਤਿਕਾਰਯੋਗ ਭਾਈ ਹਿੰਮਤ ਸਿੰਘ ਜੀ, ਜਿਨ੍ਹਾਂ ਨੇ ਇਹ ਚੈਨਲ ਬਣਾਇਆ ਅਤੇ ਇਹ ਚੈਨਲ ਸ਼ੁਰੂ ਕੀਤਾ। ਉਸ ਤੋਂ ਬਾਅਦ ਜੋ ਦੋ ਬੱਚੇ ਮੇਰੇ ਕੋਲੋਂ ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਸਿੱਖਦੇ ਹਨ, ਹੁਣ ਇਹ ਸਾਰੀ ਸੇਵਾ ਨਿਭਾ ਰਹੇ ਹਨ। ਇਹ ਦੋਵੇਂ ਬੱਚੇ ਕਾਕਾ ਗੁਰਟੇਗ ਸਿੰਘ ਅਤੇ ਕਾਕਾ ਗੁਰਜਨ ਸਿੰਘ, ਇਹ ਦੋਵੇਂ ਭਰਾ ਪਿਛਲੇ 4 ਕੁ ਸਾਲਾਂ ਤੋਂ ਦਾਸ ਦੇ ਕੋਲੋਂ ਗੁਰਬਾਣੀ ਕਥਾ ਅਤੇ ਗੁਰਬਾਣੀ ਕੀਰਤਨ ਸਿੱਖਦੇ ਆ ਰਹੇ ਹਨ। ਹੁਣ ਜਿੰਨੀ ਵੀ ਤਿਆਰੀ ਕਰਦੇ ਹਨ ਜਾਂ ਜੋ ਵੀ ਐਡਿਟ ਕਰਦੇ ਹਨ ਜਾਂ ਇਸ ਸਾਰੇ ਵੀਡੀਓ ਨੂੰ ਤਿਆਰ ਕਰਦੇ ਹਨ, ਇਹ ਦੋਵੇਂ ਭਰਾ ਬਹੁਤ ਹੀ ਮਿਹਨਤ ਦੇ ਨਾਲ ਤਿਆਰ ਕਰਦੇ ਹਨ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਹੈ, ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਬੱਚਿਆਂ ਨੂੰ ਗੁਰਸਿੱਖੀ ਜੀਵਨ, ਨਾਮ ਦੀ ਦਾਤ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਅਤੇ ਹੋਰ ਵੀ ਬੱਚੇ ਇਹਨਾਂ ਦੋਹਾਂ ਬੱਚਿਆਂ ਤੋਂ ਸੇਧ ਲੈ ਕੇ ਗੁਰਸਿੱਖੀ ਜੀਵਨ ਅਪਣਾਉਣ, ਬਾਣੀ ਅਤੇ ਬਾਣੇ ਦੇ ਧਾਰਨੀ ਬਣਨ। ਪਿਆਰੇ ਵਿਦਿਆਰਥੀਓ, ਅਸੀਂ ਜੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਜੀ ਨੂੰ ਦੱਸਣ ਜਾ ਰਹੇ ਹਾਂ, ਉਹ ਹੈ 3 ਸਪਤਕਾਂ ਦੇ ਜੋ ਸੁਰ ਹਨ, ਉਹਨਾਂ ਦੇ ਪਹਿਚਾਣ ਚਿੰਨ੍ਹ ਕੀ ਹਨ। ਉਦਾਹਰਨ ਵਜੋਂ ਕਿਸੇ ਸੰਗੀਤ ਦੀ ਕਿਤਾਬ ਦੇ ਉੱਤੇ ਕੋਈ ਸੁਰ ਲਿਖਿਆ ਹੋਵੇ, ਸਾ, ਰੇ, ਗਾ, ਮਾ, ਪਾ, ਧਾ, ਨੀ, ਤੇ ਸਾਨੂੰ ਕਿਵੇਂ ਪਤਾ ਲੱਗੇ ਕਿ ਇਹ ਸੁਰ ਮੰਦਰ ਸਪਤਕ ਦਾ ਹੈ, ਮੱਧ ਸਪਤਕ ਦਾ ਹੈ ਜਾਂ ਤਾਰ ਸਪਤਕ ਦਾ ਹੈ। ਇਸੇ ਤਰ੍ਹਾਂ ਅਸੀਂ ਪਿੱਛੇ ਦੱਸ ਚੁੱਕੇ ਹਾਂ ਕਿ ਸੁਰ ਚੱਲ ਅਤੇ ਅਚਲ 2 ਤਰ੍ਹਾਂ ਦੇ ਹੁੰਦੇ ਹਨ। ਹੁਣ ਸਾਨੂੰ ਇਹ ਕਿਵੇਂ ਪਤਾ ਲੱਗੇ ਕਿ ਇਹ ਚੱਲ ਸੁਰ ਹਨ ਅਤੇ ਇਹ ਅਚਲ ਸੁਰ ਹਨ, ਜਾਂ ਅਚਲ ਸੁਰ ਅਤੇ ਚੱਲ ਸੁਰ ਇਹ ਕਿੰਨੇ ਹਿੱਸਿਆਂ ਵਿੱਚ ਵੰਡੇ ਹੋਏ ਹਨ। ਇਹ ਸਾਰੀ ਜਾਣਕਾਰੀ ਅਸੀਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਦੇਣ ਦਾ ਪੂਰਾ ਯਤਨ ਕਰਾਂਗੇ। ਸਾਨੂੰ ਪੂਰੀ ਉਮੀਦ ਹੈ ਕਿ ਆਪ ਜੀ ਸਾਡੇ ਇਸ ਐਪੀਸੋਡ ਤੋਂ ਪੂਰੀ ਜਾਣਕਾਰੀ ਹਾਸਲ ਕਰੋਗੇ ਅਤੇ ਗੁਰਬਾਣੀ ਕੀਰਤਨ ਸਿੱਖਣ ਦੇ ਵਿੱਚ ਪੂਰਾ ਲਾਹਾ ਹਾਸਲ ਕਰੋਗੇ। ਸਭ ਤੋਂ ਪਹਿਲੇ ਅਸੀਂ ਤੁਹਾਨੂੰ 3 ਸਪਤਕਾਂ ਦੇ ਪਹਿਚਾਣ ਚਿੰਨ੍ਹ ਦੱਸਾਂਗੇ। ਜਿਵੇਂ ਅਸੀਂ ਪਿੱਛੇ ਦੱਸ ਚੁੱਕੇ ਹਾਂ ਕਿ ਇਸ ਸਵਰ ਤੋਂ ਲੈ ਕੇ ਇਸ ਸਵਰ ਤੱਕ ਇਹ ਬਣ ਗਿਆ ਮੰਦਰ ਸਪਤਕ। ਹੁਣ ਜਦੋਂ ਅਸੀਂ ਕਿਸੇ ਸੰਗੀਤ ਦੀ ਕਿਤਾਬ ਉੱਪਰ ਕੋਈ ਸੁਰ ਲਿਖਿਆ ਹੋਇਆ ਦੇਖਾਂਗੇ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਸੁਰ ਮੰਦਰ ਸਪਤਕ ਦਾ ਹੈ, ਜਾਂ ਇਹ ਸੁਰ ਮੱਧ ਸਪਤਕ ਦਾ ਹੈ, ਤੇ ਜਾਂ ਇਹ ਸੁਰ ਤਾਰ ਸਪਤਕ ਦਾ ਹੈ। ਇਹ ਕਿਵੇਂ ਪਤਾ ਚੱਲੇ? ਇਸ ਲਈ ਵਿਦਵਾਨ ਪੁਰਸ਼ਾਂ ਨੇ ਇਹਨਾਂ 3 ਸਪਤਕਾਂ ਦੇ ਪਹਿਚਾਣ ਚਿੰਨ੍ਹ ਨਿਸ਼ਚਿਤ ਕੀਤੇ ਹਨ। ਸਭ ਤੋਂ ਪਹਿਲਾ ਜੋ ਮੰਦਰ ਸਪਤਕ ਹੈ, ਇਸ ਦਾ ਪਹਿਚਾਣ ਚਿੰਨ੍ਹ ਕੀ ਹੈ? ਸੁਰ ਦੇ ਹੇਠਾਂ ਛੋਟਾ ਜਿਹਾ ਇੱਕ ਬਿੰਦੂ ਹੁੰਦਾ ਹੈ, ਛੋਟਾ ਜਿਹਾ ਚਿੰਨ੍ਹ। ਉਸ ਤੋਂ ਬਾਅਦ ਅਸੀਂ ਮੱਧ ਸਪਤਕ ਛੱਡ ਦਿਆਂਗੇ, ਫਿਰ ਅਸੀਂ ਤਾਰ ਸਪਤਕ ਦੀ ਗੱਲ ਕਰਾਂਗੇ। ਜਿਵੇਂ ਮੱਧ ਸਪਤਕ ਦੇ ਸੁਰਾਂ ਦੇ ਹੇਠਾਂ ਬਿੰਦੂ ਹੁੰਦਾ ਹੈ, ਇਸੇ ਤਰ੍ਹਾਂ ਤਾਰ ਸਪਤਕ ਦੇ ਸੁਰਾਂ ਦੇ ਉੱਪਰ ਬਿੰਦੂ ਹੁੰਦਾ ਹੈ। ਹੁਣ ਆਪ ਜੀ ਸਮਝ ਗਏ ਹੋਵੋਗੇ ਕਿ ਮੱਧ ਸਪਤਕ ਦੇ ਸੁਰਾਂ ਦੇ ਹੇਠਾਂ ਡਾਟ ਹੁੰਦਾ ਹੈ, ਛੋਟਾ ਜਿਹਾ ਇੱਕ ਬਿੰਦੂ ਹੁੰਦਾ ਹੈ, ਤੇ ਜੋ ਤਾਰ ਸਪਤਕ ਹੈ
ਇਹਨਾਂ ਦੇ ਉੱਪਰ ਬਿੰਦੂ ਹੁੰਦਾ ਹੈ। ਹੁਣ ਆਪ ਜੀ ਸੋਚੋਗੇ ਕਿ ਮੱਧ ਸਪਤਕ ਕਿਉਂ ਛੱਡ ਦਿੱਤਾ? ਕਿਉਂਕਿ ਮੱਧ ਸਪਤਕ ਦੇ ਸੁਰਾਂ ਦਾ ਕੋਈ ਪਹਿਚਾਣ ਚਿੰਨ੍ਹ ਹੁੰਦਾ ਹੀ ਨਹੀਂ ਹੈ। ਹੁਣ ਆਪ ਜੀ ਸਮਝ ਗਏ ਹੋਵੋਗੇ ਕਿ ਮੰਦਰ ਸਪਤਕ ਦੇ ਜਿਹੜੇ ਸੁਰ ਹੁੰਦੇ ਨੇ ਉਹਨਾਂ ਦੇ ਹੇਠਾਂ ਛੋਟਾ ਜਿਹਾ ਬਿੰਦੂ ਹੁੰਦਾ ਹੈ, ਤਾਰ ਸਪਤਕ ਦੇ ਸੁਰਾਂ ਦੇ ਉੱਪਰ ਛੋਟਾ ਜਿਹਾ ਬਿੰਦੂ ਹੁੰਦਾ ਹੈ, ਮੱਧ ਸਪਤਕ ਦੇ ਸੁਰਾਂ ਦੇ ਉੱਪਰ ਜਾਂ ਹੇਠਾਂ ਕੋਈ ਬਿੰਦੂ ਹੁੰਦਾ ਹੀ ਨਹੀਂ ਹੈ। ਅਸੀਂ ਇਹ ਚਿੰਨ੍ਹ ਆਪ ਜੀ ਨੂੰ ਲਿਖ ਕੇ ਵੀ ਦਿਖਾਵਾਂਗੇ। ਜਿਵੇਂ ਕਿ ਲਿਖਿਆ ਦੇਖ ਰਹੇ ਹੋ, ਮੰਦਰ ਸਪਤਕ ਦੇ ਸੁਰਾਂ ਦੀ ਪਹਿਚਾਣ ਚਿੰਨ੍ਹ, ਇਸੇ ਤਰ੍ਹਾਂ ਮੱਧ ਸਪਤਕ, ਇਸੇ ਤਰ੍ਹਾਂ ਤਾਰ ਸਪਤਕ। ਹੁਣ ਅਸੀਂ ਜਦੋਂ ਕਿਸੇ ਕਿਤਾਬ ਦੇ ਉੱਪਰ ਕੋਈ ਸੁਰ ਲਿਖਿਆ ਹੋਇਆ ਦੇਖਾਂਗੇ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਸੁਰ ਤਾਰ ਸਪਤਕ ਦਾ ਹੈ, ਮੱਧ ਸਪਤਕ ਦਾ ਹੈ ਜਾਂ ਮੰਦਰ ਸਪਤਕ ਦਾ ਹੈ? ਅਸੀਂ ਦੱਸਿਆ ਸੀ ਕਿ ਉਸ ਦੇ ਹੇਠਾਂ ਇੱਕ ਛੋਟਾ ਜਿਹਾ ਚਿੰਨ੍ਹ ਹੋਵੇਗਾ, ਡਾਟ ਹੋਵੇਗਾ। ਅਸੀਂ ਆਪ ਜੀ ਨੂੰ ਲਿਖ ਕੇ ਦਿਖਾਉਂਦੇ ਹਾਂ। ਜਿਵੇਂ ਆ ਦੇਖੋ, ਇਹ ਜੋ ਨੀ ਸੁਰ ਮੈਂ ਲਿਖਿਆ ਹੈ, ਹੁਣ ਇਹ ਕਿਵੇਂ ਪਤਾ ਲੱਗੇ ਕਿ ਕਿਸ ਸਪਤਕ ਦੀ ਹੈ? ਜਦੋਂ ਅਸੀਂ ਇਸ ਦੇ ਹੇਠਾਂ ਛੋਟਾ ਜਿਹਾ ਇੱਕ ਚਿੰਨ੍ਹ ਪਾ ਦਿਆਂਗੇ, ਆ ਦੇਖੋ, ਆਪ ਜੀ ਦੇਖ ਰਹੇ ਹੋਵੋਗੇ ਕਿ ਇੱਕ ਛੋਟਾ ਜਿਹਾ ਚਿੰਨ੍ਹ ਹੈ। ਇਹਦਾ ਅਰਥ ਹੋ ਗਿਆ ਕਿ ਇਹ ਨਿਸ਼ਾਦ ਜਾਂ ਨੀ ਸੁਰ ਮੰਦਰ ਸਪਤਕ ਦੀ ਹੈ। ਇਸੇ ਤਰ੍ਹਾਂ ਅਸੀਂ ਹੇਠਾਂ ਨੂੰ ਜਾਂਦੇ ਜਾਵਾਂਗੇ, ਇਹ ਦਹਿਵਤ ਹੋ ਗਿਆ, ਇਹਦੇ ਹੇਠਾਂ ਚਿੰਨ੍ਹ ਪੈ ਗਿਆ। ਇਸੇ ਤਰ੍ਹਾਂ ਪੰਚਮ ਹੋ ਗਿਆ, ਇਹਦੇ ਹੇਠਾਂ ਚਿੰਨ੍ਹ ਪੈ ਗਿਆ। ਇਸੇ ਤਰ੍ਹਾਂ ਮੱਧਮ ਹੋ ਗਿਆ, ਇਸੇ ਤਰ੍ਹਾਂ ਗੰਧਾਰ ਹੋ ਗਿਆ, ਇਸੇ ਤਰ੍ਹਾਂ ਰਿਸ਼ਭ ਹੋ ਗਿਆ, ਇਸੇ ਤਰ੍ਹਾਂ ਸਾ ਹੋ ਗਿਆ। ਜਦੋਂ ਇਹਨਾਂ ਦੇ ਹੇਠਾਂ ਚਿੰਨ੍ਹ ਪਾ ਦਿਆਂਗੇ ਤਾਂ ਇਹ ਕੀ ਬਣ ਜਾਣਗੇ? ਮੰਦਰ ਸਪਤਕ ਦੇ ਸੁਰ। ਹੁਣ ਆਪ ਜੀ ਸਮਝ ਗਏ ਹੋਵੋਗੇ ਕਿ ਮੰਦਰ ਸਪਤਕ ਦੇ ਸੁਰਾਂ ਦੀ ਕੀ ਪਹਿਚਾਣ ਹੈ। ਹੁਣ ਅਸੀਂ ਆਪ ਜੀ ਨੂੰ ਮੱਧ ਸਪਤਕ ਛੱਡ ਕੇ ਤਾਰ ਸਪਤਕ ਦੇ ਸੁਰਾਂ ਦੇ ਪਹਿਚਾਣ ਚਿੰਨ੍ਹ ਦੱਸਾਂਗੇ। ਇਹ ਕਿਵੇਂ ਪਤਾ ਲੱਗੇ ਕਿ ਇਹ ਸੁਰ ਤਾਰ ਸਪਤਕ ਦੇ ਹਨ? ਜਿਵੇਂ ਕਿ ਆਪ ਜੀ ਨੇ ਦੇਖਿਆ ਹੋਵੇਗਾ ਕਿ ਮੈਂ ਸਾਹ ਦੇ ਉੱਪਰ ਇੱਕ ਛੋਟਾ ਜਿਹਾ ਚਿੰਨ੍ਹ ਪਾ ਦਿੱਤਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇਹਨਾਂ ਦੇ ਉੱਪਰ ਚਿੰਨ੍ਹ ਪਾ ਦਿਆਂਗੇ ਇਸ ਤਰ੍ਹਾਂ, ਤਾਂ ਇਹ ਕੀ ਬਣ ਜਾਣਗੇ? ਤਾਰ ਸਪਤਕ ਦੇ ਸੁਰ। ਜਿਵੇਂ ਆਪ ਜੀ ਨੇ ਦੇਖਿਆ, ਮੰਦਰ ਸਪਤਕ ਦੇ ਸੁਰ ਉਹ ਹਨ ਜਿਨ੍ਹਾਂ ਦੇ ਹੇਠਾਂ ਬਿੰਦੂ ਹੈ, ਲੇਕਿਨ ਤਾਰ ਸਪਤਕ ਦੇ ਉਹ ਸੁਰ ਹਨ ਜਿਨ੍ਹਾਂ ਦੇ ਉੱਪਰ ਬਿੰਦੂ ਹੈ। ਹੁਣ ਆਪ ਜੀ ਸੋਚਦੇ ਹੋਵੋਗੇ ਕਿ ਮੱਧ ਸਪਤਕ ਦੇ ਸੁਰ ਹਨ, ਉਹਨਾਂ ਦੀ ਕੀ ਪਹਿਚਾਣ ਹੈ? ਪਿਆਰੇ ਵਿਦਿਆਰਥੀਓ, ਮੱਧ ਸਪਤਕ ਦੀ ਕੋਈ ਪਹਿਚਾਣ ਹੁੰਦੀ ਹੀ ਨਹੀਂ ਹੈ। ਜੋ ਮੱਧ ਸਪਤਕ ਦੇ ਸੁਰ ਹੁੰਦੇ ਹਨ ਉਹ ਬਿਲਕੁਲ ਚਿੰਨ੍ਹ ਰਹਿਤ ਹੁੰਦੇ ਹਨ। ਜਿਵੇਂ ਆ ਮੈਂ ਲਿਖ ਰਿਹਾ ਹਾਂ, ਹੁਣ ਆਪ ਜੀ ਦੇਖੋਗੇ ਕਿ ਇਸ ਸੁਰ ਤੱਕ ਇਹ ਸਾਰੇ ਸੁਰ ਮੱਧ ਸਪਤਕ ਦੇ ਹਨ, ਲੇਕਿਨ ਇਹ ਜਿਹੜਾ ਸਾ ਹੈ ਇਹ ਮੱਧ ਸਪਤਕ ਦਾ ਨਹੀਂ ਹੈ। ਕਿਉਂ? ਕਿਉਂਕਿ ਮੈਂ ਇੱਕ ਪੂਰੀ ਸਰਗਮ ਲਿਖੀ ਹੈ, ਸਾ ਰੇ ਗਾ ਮਾ ਪਾ ਦਾ ਨੀ ਸਾ। ਹੁਣ ਇਹਦੇ ਉੱਪਰ ਬਿੰਦੂ ਪਵੇਗਾ, ਇਹਦੇ ਉੱਪਰ ਨਹੀਂ ਪਵੇਗਾ। ਕਿਉਂ? ਕਿਉਂਕਿ ਇਹ ਸਾ ਮੱਧ ਸਪਤਕ ਦਾ ਹੈ, ਲੇਕਿਨ ਇਹ ਸਾ ਇਹ ਤਾਰ ਸਪਤਕ ਦਾ ਹੈ। ਇਸ ਲਈ ਸਾ ਤੋਂ ਲੈ ਕੇ ਨਿਸ਼ਾਦ ਤੱਕ यानी कि नी तक कोई बिंदु नहीं, तो ये बन जाएंगे मध सप्तक दे सुर। लेकिन इस तो अगां जो सा आवेगा, रे आवेगी, गा आवेगा, वो सारे की बन जाएंगे तार सप्तक दे सुर। इस तरह चलणगे। प्यारे विद्यार्थियों, ये आप जी समझ गए होवोगे कि तिन्ना सप्तकां दे पहचान चिन्ह की हुंदे हन। जदों भी किसी किताब के उपर तुसीं कोई सुर लिखिया होया देखोगे तो उसका तुसीं पहचान चिन्ह देख के अंदाज़ा ला लोगे कि यह सुर मंदर सप्तक का है,
ਤਾਰ ਸਪਤਕ ਦਾ ਹੈ ਜਾਂ ਇਹ ਸੁਰ ਮੱਧ ਸਪਤਕ ਦਾ ਹੈ। ਹੁਣ ਆਪ ਜੀ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਸਪਤਕ ਬਣਦਾ ਕਿਵੇਂ ਹੈ। ਸਪਤਕ ਸਾਡੇ ਸਾ ਦੇ ਆਧਾਰਿਤ ਹੁੰਦਾ ਹੈ। ਜਿਵੇਂ ਅਸੀਂ ਪਿੱਛੇ 12 ਸਕੇਲਾਂ ਬਾਰੇ ਦੱਸ ਚੁੱਕੇ ਹਾਂ। ਸਕੇਲ ਸਾ ਸੁਰ ਤੋਂ ਆਰੰਭ ਹੁੰਦਾ ਹੈ। ਉਸ ਸਾ ਦੇ ਮੁਤਾਬਕ ਹੀ ਸਾਡਾ ਸਪਤਕ ਬਣਦਾ ਹੈ। ਉਦਾਹਰਨ ਵਜੋਂ ਜੇ ਅਸੀਂ ਇਸ ਸੁਰ ਨੂੰ ਆਪਣਾ ਸਾ ਮੰਨਦੇ ਹਾਂ, ਇਸ ਸੁਰ ਨੂੰ ਅਸੀਂ ਆਪਣਾ ਸਕੇਲ ਬਣਾ ਲਿਆ ਹੈ, ਤਾਂ ਇਸ ਦਾ ਮੰਦਰ ਸਪਤਕ ਕਿਹੜਾ ਹੋਵੇਗਾ? ਆਹ ਸਾਡਾ ਮੰਦਰ ਸਪਤਕ ਹੋਵੇਗਾ। ਲੇਕਿਨ ਜੇ ਅਸੀਂ ਪਹਿਲੇ ਚਿੱਟੇ ਦੀ ਬਜਾਏ ਪਹਿਲਾ ਕਾਲਾ ਸੁਰ ਆਪਣਾ ਸਾ ਮੰਨ ਲਿਆ ਹੈ, ਕਾਲੇ ਸੁਰ ਤੋਂ ਆਪਣਾ ਸਕੇਲ ਸ਼ੁਰੂ ਕਰ ਦਿੱਤਾ ਹੈ, ਫਿਰ ਸਾਡਾ ਮੰਦਰ ਸਪਤਕ ਕਿਹੜਾ ਹੋਏਗਾ? ਫਿਰ ਸਾਡਾ ਮੰਦਰ ਸਪਤਕ ਇੱਥੋਂ ਸ਼ੁਰੂ ਹੋਵੇਗਾ। ਇਹ ਸਾਡਾ ਕੀ ਹੋ ਗਿਆ? ਮੰਦਰ ਸਪਤਕ। ਤੇ ਇਸ ਤੋਂ ਸਾਡਾ ਮੱਧ ਸਪਤਕ ਕਿਹੜਾ ਬਣੇਗਾ? ਆ ਸਾਡਾ ਮੱਧ ਸਪਤਕ ਹੋ ਗਿਆ। ਫਿਰ ਇੱਥੋਂ ਸਾਡਾ ਤਾਰ ਸਪਤਕ ਕਿਹੜਾ ਬਣੇਗਾ? ਇਹ ਸਾਡਾ ਤਾਰ ਸਪਤਕ ਹੋ ਗਿਆ। ਇਸ ਤਰ੍ਹਾਂ ਸਾਡਾ ਸਾ ਜਿਹੜਾ ਹੈ ਉਹ ਸਪਤਕ ਨੂੰ ਨਿਸ਼ਚਿਤ ਕਰੇਗਾ। ਜੇ ਅਸੀਂ ਇਹ ਸੁਰ ਨੂੰ ਜਾਣੀ ਕਿ ਦੂਜੇ ਕਾਲੇ ਨੂੰ ਸਾ ਮੰਨ ਲਿਆ ਹੈ, ਇੱਥੋਂ ਆਪਣਾ ਗਾਇਨ ਸਕੇਲ ਸ਼ੁਰੂ ਕੀਤਾ ਹੈ, ਤਾਂ ਸਾਡਾ ਸਪਤਕ ਵੀ ਬਦਲ ਜਾਏਗਾ। ਫਿਰ ਸਾਡਾ ਮੰਦਰ ਸਪਤਕ ਇੱਥੋਂ ਲੈ ਕੇ ਇਸ ਸੁਰ ਤੋਂ ਲੈ ਕੇ ਇਸ ਸੁਰ ਤੱਕ ਹੋ ਜਾਏਗਾ। ਫਿਰ ਇਸੇ ਤਰ੍ਹਾਂ ਸਾਡਾ ਮੱਧ ਸਪਤਕ ਹੋ ਜਾਏਗਾ। ਇਹ ਸਾਡਾ ਮੱਧ ਸਪਤਕ। ਇਸੇ ਤਰ੍ਹਾਂ ਉੱਪਰ ਤਾਰ ਸਪਤਕ ਹੋ ਜਾਏਗਾ। ਇਹ ਸਾਡਾ ਤਾਰ ਸਪਤਕ ਹੋ ਜਾਏਗਾ। ਸੋ ਇਸ ਤਰ੍ਹਾਂ ਜੋ ਸਪਤਕ ਦੇ ਸੁਰ ਹੁੰਦੇ ਨੇ ਉਹ ਕੋਈ ਨਿਸ਼ਚਿਤ ਨਹੀਂ ਹੁੰਦੇ ਕਿ ਇਹੀ ਸੁਰ ਹੋਣਗੇ। ਨਹੀਂ, ਸਪਤਕ ਹਮੇਸ਼ਾ ਸਕੇਲ ਦੇ ਉੱਪਰ ਨਿਸ਼ਚਿਤ ਕੀਤਾ ਜਾਂਦਾ ਹੈ। ਜੋ ਅਸੀਂ ਸਾ ਮਿਥਦੇ ਹਾਂ ਉਸ ਸਾ ਤੋਂ ਹੀ ਹਮੇਸ਼ਾ 3 ਸਪਤਕ ਬਣਦੇ ਹਨ। ਹੁਣ ਅਸੀਂ ਆਪ ਜੀ ਨੂੰ ਦੱਸਾਂਗੇ ਸੁਰਾਂ ਦੇ ਪਹਿਚਾਣ ਚਿੰਨ੍ਹ। ਜਿਵੇਂ ਪਿੱਛੇ ਅਸੀਂ ਦੱਸ ਚੁੱਕੇ ਹਾਂ ਕਿ ਸੁਰ 2 ਤਰ੍ਹਾਂ ਦੇ ਹੁੰਦੇ ਹਨ, ਚੱਲ ਸੁਰ ਅਤੇ ਅਚਲ ਸੁਰ। ਇਹ ਸਮਝਣ ਵਾਸਤੇ ਅਸੀਂ ਹਾਰਮੋਨੀਅਮ ਦਾ ਸਾਥ ਲਵਾਂਗੇ। ਉਦਾਹਰਨ ਵਜੋਂ ਅਸੀਂ ਪਹਿਲੇ ਕਾਲੇ ਨੂੰ ਸਾ ਮੰਨਾਂਗੇ। ਉਸ ਤੋਂ ਬਾਅਦ ਅਸੀਂ ਹੁਣ ਦੇਖਣਾ ਹੈ ਕਿ ਇਸ ਵਿੱਚ ਕਿਹੜੇ ਚੱਲ ਸੁਰ ਹਨ। ਰੇ, ਗਾ, ਮਾ, ਧਾ, ਨੀ, ਇਹ 5 ਸੁਰ ਚੱਲ ਸੁਰ ਹਨ। ਹੁਣ ਇਹਨਾਂ ਵਿੱਚ ਅਚਲ ਸੁਰ ਕਿਹੜੇ ਹਨ? ਸਾ ਅਤੇ ਪਾ। ਇਹ ਦੋਨੋਂ ਸੁਰ ਅਚਲ ਸੁਰ ਹਨ। ਅਸੀਂ ਪਿੱਛੇ ਦੱਸ ਚੁੱਕੇ ਹਾਂ ਕਿ ਚੱਲ ਸੁਰ ਉਹ ਹੁੰਦੇ ਹਨ ਜਿਹੜੇ ਆਪਣੇ ਸਹੀ ਸਥਾਨ ਤੋਂ ਉੱਚੇ ਜਾਂ ਨੀਵੇਂ ਹੋ ਜਾਂਦੇ ਹਨ। ਹੁਣ ਅਸੀਂ ਦੇਖਾਂਗੇ ਕਿ ਇਹ ਰੇ, ਇਹ ਚੱਲ ਸੁਰ ਵਿੱਚ ਆਉਂਦਾ ਹੈ। ਹੁਣ ਇਹ ਉੱਚਾ ਹੁੰਦਾ ਹੈ ਜਾਂ ਨੀਵਾਂ? ਇਸ ਲਈ ਇਹ ਰੇ ਸੁਰ ਉੱਚਾ ਨਹੀਂ ਹੁੰਦਾ, ਇਹ ਨੀਵਾਂ ਹੁੰਦਾ ਹੈ। ਤੇ ਜਦੋਂ ਇਹ ਨੀਵਾਂ ਹੁੰਦਾ ਹੈ ਇਸ ਨੂੰ ਅਸੀਂ ਕੀ ਕਹਾਂਗੇ? ਕੋਮਲ ਰੇ। ਤੇ ਇਹ ਕਿਹੜਾ ਸੁਰ ਹੋ ਗਿਆ? ਆ। ਜਾਣੀ ਕਿ ਜਿਹੜਾ ਸ਼ੁੱਧ ਸੁਰ ਹੈ, ਜਾਣੀ ਕਿ ਸੁਰ ਦਾ ਜਿਹੜਾ ਆਪਣਾ ਸਹੀ ਸਥਾਨ ਹੈ, ਉਹ ਜਦੋਂ ਹੇਠਲੇ ਪਾਸੇ ਨੂੰ ਡਿੱਗਦਾ ਹੈ ਤਾਂ ਉਹ ਸੁਰ ਬਣ ਜਾਂਦਾ ਹੈ ਕੋਮਲ ਸੁਰ। ਕੋਮਲ ਸੁਰ ਹਮੇਸ਼ਾ ਸ਼ੁੱਧ ਸੁਰ ਤੋਂ ਪਹਿਲਾਂ ਆਉਂਦਾ ਹੈ। ਇਹ ਰੇ ਕੀ ਹੈ? ਸ਼ੁੱਧ ਰੇ। ਲੇਕਿਨ ਜਦੋਂ ਇਹ ਆਪਣੇ ਸਥਾਨ ਤੋਂ ਹੇਠਾਂ ਨੂੰ ਜਾਏਗੀ ਤੇ ਕੀ ਬਣ ਜਾਏਗੀ? ਕੋਮਲ ਰੇ। ਇਸੇ ਤਰ੍ਹਾਂ ਗੰਧਾਰ ਜਾਂ ਗਾ। ਇਹ ਗਾ ਕੀ ਹੈ? ਸ਼ੁੱਧ ਗਾ, ਭਾਵ ਆਪਣੇ ਸਹੀ ਸਥਾਨ ਤੇ ਟਿਕਿਆ ਹੋਇਆ। ਲੇਕਿਨ ਜਦੋਂ ਇਹ ਗੰਧਾਰ ਆਪਣੇ ਸਹੀ ਸਥਾਨ ਤੋਂ ਹੇਠਾਂ ਨੂੰ ਜਾਵੇਗਾ ਤਾਂ ਕੀ ਬਣੇਗਾ? ਕੋਮਲ ਗਾ। ਇਸ ਲਈ ਸ਼ੁੱਧ ਗੰਧਾਰ ਤੋਂ ਪਹਿਲਾ ਸੁਰ ਕਿਹੜਾ ਹੋਵੇਗਾ? ਕੋਮਲ ਗੰਧਾਰ। ਉਸ ਤੋਂ ਬਾਅਦ ਅਸੀਂ ਦਹਾ ਲਵਾਂਗੇ, ਮੱਧਮ ਨੂੰ ਛੱਡ ਦਿਆਂਗੇ। ਦਹਾ ਇਹ ਕੀ ਹੈ? ਚੱਲ ਸੁਰ, ਜਾਣੀ ਕਿ ਆਪਣੇ ਸਹੀ ਸਥਾਨ ਤੇ ਟਿਕਿਆ ਹੋਇਆ। ਪਰ ਜਦੋਂ ਹੇਠਾਂ ਨੂੰ ਜਾਂਦਾ ਹੈ ਤਾਂ ਕੀ ਬਣ ਜਾਂਦਾ ਹੈ? ਕੋਮਲ ਦਹਾ। ਇਹ ਆਪਣੇ ਤੋਂ ਜਿਹੜਾ ਪਹਿਲਾ ਸੁਰ ਹੈ
ਉਹ ਹੈ ਕੋਮਲ ਧਾ। ਇਸੇ ਤਰ੍ਹਾਂ ਨੀ ਜਾਂ ਨਿਸ਼ਾਦ ਹੈ। ਆ ਜੋ ਨੀ ਜਿਸ ਨੂੰ ਮੈਂ ਉਂਗਲ ਨਾਲ ਦੱਬਿਆ ਹੈ, ਇਹ ਸ਼ੁੱਧ ਸੁਰ ਹੈ, ਜਾਣੀ ਕਿ ਸ਼ੁੱਧ ਨੀ ਹੈ। ਲੇਕਿਨ ਇਹ ਸ਼ੁੱਧ ਨੀ ਜਦੋਂ ਹੇਠਾਂ ਨੂੰ ਜਾਵੇਗੀ ਤਾਂ ਕੀ ਬਣੇਗੀ? ਕੋਮਲ ਨੀ। ਹੁਣ ਆਪ ਜੀ ਕੋਮਲ ਸੁਰਾਂ ਬਾਰੇ ਸਮਝ ਗਏ ਹੋਵੋਗੇ। ਇਹ ਦੱਸਣਾ ਵੀ ਬੜਾ ਜ਼ਰੂਰੀ ਹੈ ਕਿ ਕੋਮਲ ਸੁਰ 4 ਹੁੰਦੇ ਹਨ, ਚੱਲ ਸੁਰ 5 ਹੁੰਦੇ ਹਨ। ਇਹਨਾਂ ਵਿੱਚੋਂ 4 ਸੁਰ ਕੋਮਲ ਹੁੰਦੇ ਹਨ। ਕਿਹੜੇ ਕਿਹੜੇ? ਰੇ, ਗਾ, ਧਾ ਅਤੇ ਨੀ। ਇਹ 4 ਸੁਰ ਕੋਮਲ ਹੁੰਦੇ ਹਨ। ਤੇ ਜੇ ਰੇ ਇਹ ਸ਼ੁੱਧ ਹੈ ਤੇ ਫਿਰ ਕੋਮਲ ਰੇ ਕਿਹੜੀ ਹੋਈ? ਆ। ਜੇ ਗਾ ਸ਼ੁੱਧ ਹੈ ਤਾਂ ਇਸ ਦਾ ਪਿਛਲਾ ਸੁਰ ਕੀ ਹੋਏਗਾ? ਕੋਮਲ ਗਾ। ਇਸੇ ਤਰ੍ਹਾਂ ਜੇ ਧਾ ਸ਼ੁੱਧ ਹੈ ਤਾਂ ਇਸ ਦਾ ਕੋਮਲ ਧਾ ਕਿਹੜਾ ਹੋਏਗਾ? ਐ। ਇਸੇ ਤਰ੍ਹਾਂ ਜੇ ਸ਼ੁੱਧ ਨੀ ਹੈ ਤਾਂ ਕੋਮਲ ਨੀ ਕਿਹੜੀ ਹੋਈ? ਐ। ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਇਹ 4 ਸੁਰ ਯਾਨੀ ਕਿ ਰੇ, ਗਾ, ਧਾ ਅਤੇ ਨੀ ਜਦੋਂ ਨੀਵੇਂ ਹੁੰਦੇ ਹਨ ਤਾਂ ਇਹਨਾਂ ਦਾ ਪਹਿਲਾ ਸੁਰ ਉਹ ਨੀਵਾਂ ਹੁੰਦਾ ਹੈ ਤੇ ਉਸ ਨੂੰ ਕਹਿੰਦੇ ਹਨ ਕੋਮਲ ਸੁਰ। ਅਸੀਂ ਕੋਮਲ ਸੁਰਾਂ ਬਾਰੇ ਸਮਝ ਗਏ ਹੋਵਾਂਗੇ। ਹੁਣ ਅਸੀਂ ਆਪ ਜੀ ਨੂੰ ਦੱਸਾਂਗੇ ਚੱਲ ਅਤੇ ਅਚਲ ਸੁਰਾਂ ਦੇ ਪਹਿਚਾਣ ਚਿੰਨ੍ਹ। ਜਦੋਂ ਕੋਈ ਸੁਰ ਲਿਖਿਆ ਹੋਇਆ ਆਪ ਜੀ ਦੇਖੋਗੇ ਕਿਸੇ ਵੀ ਕਿਤਾਬ ਵਿੱਚ ਜਾਂ ਕਿਸੇ ਵੀ ਕਾਪੀ ਵਿੱਚ, ਤਾਂ ਇਹ ਕਿਵੇਂ ਪਤਾ ਲੱਗੇਗਾ ਕਿ ਇਹ ਸੁਰ ਕੋਮਲ ਹੈ ਜਾਂ ਤੀਵਰ ਹੈ? ਇਸ ਲਈ ਅਸੀਂ ਆਪ ਜੀ ਨੂੰ ਲਿਖ ਕੇ ਦੱਸਦੇ ਹਾਂ। ਜਿਵੇਂ ਆਪ ਜੀ ਨੂੰ ਦੱਸਿਆ ਸੀ ਕਿ 4 ਸੁਰ ਕੋਮਲ ਹੁੰਦੇ ਹਨ, ਜਿਵੇਂ ਰੇ, ਗਾ, ਇਸੇ ਤਰ੍ਹਾਂ ਧਾ, ਇਸੇ ਤਰ੍ਹਾਂ ਨਿਸ਼ਾਦ, ਜਾਨੀ। ਹੁਣ ਇਹ ਕਿਵੇਂ ਪਤਾ ਲੱਗੇ ਕਿ ਕੋਮਲ ਹਨ? ਅਸੀਂ ਇਹਨਾਂ ਦੇ ਹੇਠਾਂ ਖੜਵੀਂ ਲਕੀਰ ਖਿੱਚਾਂਗੇ ਇਸ ਤਰ੍ਹਾਂ। ਔਂਕੜ ਨਹੀਂ ਪਾਣਾ, ਖੜਵੀਂ ਲਕੀਰ, ਕਿਉਂਕਿ ਜਿਹੜਾ ਔਂਕੜ ਹੁੰਦਾ ਹੈ ਉਹ ਥੋੜਾ ਜਿਹਾ ਟੇਢਾ ਹੁੰਦਾ ਹੈ। ਇਹ ਬਿਲਕੁਲ ਖੜਵੀਂ ਲਕੀਰ। ਜਦੋਂ ਖੜਵੀਂ ਲਕੀਰ ਹੇਠਾਂ ਖਿੱਚ ਦਿਆਂਗੇ ਤਾਂ ਇਹ ਕੀ ਬਣ ਜਾਣਗੇ? ਕੋਮਲ ਸੁਰ। ਆਪ ਜੀ ਨੇ ਦੇਖਿਆ ਹੋਵੇਗਾ ਕਿ ਅਸੀਂ ਚੱਲ ਸੁਰ ਦੱਸਦਿਆਂ ਮਾਂ ਜਾਂ ਮੱਧਮ ਉਸ ਨੂੰ ਛੱਡ ਦਿੱਤਾ ਸੀ, ਕਿਉਂਕਿ ਮੱਧਮ ਕੋਮਲ ਨਹੀਂ ਹੁੰਦੀ, ਮੱਧਮ ਤੀਵਰ ਹੁੰਦਾ ਹੈ। ਤੀਵਰ ਦਾ ਅਰਥ ਹੁੰਦਾ ਹੈ ਉੱਚਾ, ਕੋਮਲ ਦਾ ਅਰਥ ਹੁੰਦਾ ਹੈ ਨੀਵਾਂ, ਤੀਵਰ ਦਾ ਅਰਥ ਹੁੰਦਾ ਹੈ ਉੱਚਾ। ਜਦੋਂ ਅਸੀਂ ਪਹਿਲੇ ਕਾਲੇ ਨੂੰ ਸਾ ਮੰਨਾਂਗੇ ਤਾਂ ਇਸ ਦਾ ਸ਼ੁੱਧ ਮੱਧਮ ਕਿਹੜਾ ਹੋ ਗਿਆ? ਐ। ਸ਼ੁੱਧ ਮਾਂ ਜਾਂ ਮੱਧਮ। ਹੁਣ ਜਦੋਂ ਅਸੀਂ ਇਸ ਨੂੰ ਤੀਵਰ ਕਰਨਾ ਹੈ ਤੇ ਕਿਹੜਾ ਸੁਰ ਦਬਾਂਗੇ? ਐ ਸੁਰ, ਯਾਨੀ ਕਿ ਇਹ ਆਪਣੇ ਸਹੀ ਸਥਾਨ ਤੋਂ ਉੱਚਾ ਹੋ ਗਿਆ। ਜਿਵੇਂ 4 ਸੁਰ ਯਾਨੀ ਕਿ ਰੇ, ਗਾ, ਧਾ, ਨੀ ਇਹ ਕੋਮਲ ਹੁੰਦੇ ਨੇ, ਆਪਣੇ ਸਹੀ ਸਥਾਨ ਤੋਂ ਹੇਠਾਂ ਵੱਲ ਨੂੰ ਜਾਂਦੇ ਨੇ। ਪਰ ਮੱਧਮ ਇੱਕ ਐਸਾ ਸੁਰ ਹੈ ਜਿਹੜਾ ਆਪਣੇ ਸਹੀ ਸਥਾਨ ਤੋਂ ਹੇਠਾਂ ਵੱਲ ਨਹੀਂ, ਉੱਪਰ ਵੱਲ ਨੂੰ ਜਾਂਦਾ ਹੈ। ਇਸ ਲਈ ਮੱਧਮ ਦਾ ਤੀਵਰ ਮੱਧਮ ਕਿਹੜਾ ਹੋਇਆ? ਐ। ਸ਼ੁੱਧ ਮੱਧਮ, ਐ ਤੀਵਰ ਮੱਧਮ, ਯਾਨੀ ਕਿ ਮੱਧਮ ਅਤੇ ਪੰਚਮ ਦੇ ਵਿਚਲਾ ਸੁਰ ਜਿਹੜਾ ਹੈ ਉਹ ਤੀਵਰ ਮੱਧਮ ਹੈ। ਹੁਣ ਅਸੀਂ ਸਮਝ ਗਏ ਹੋਵਾਂਗੇ ਕਿ ਜਿਹੜੇ ਚੱਲ ਸੁਰ ਨੇ ਇਹ 2 ਹਿੱਸਿਆਂ ਵਿੱਚ ਵੰਡੇ ਹੋਏ ਨੇ, ਕੋਮਲ ਸੁਰ ਅਤੇ ਤੀਵਰ ਸੁਰ। ਕੋਮਲ ਸੁਰ ਰੇ, ਗਾ, ਧਾ, ਨੀ ਤੇ ਤੀਵਰ ਸੁਰ ਸਿਰਫ ਇੱਕ ਹੈ, ਮੱਧਮ। ਇਹ ਜੋ ਪਹਿਚਾਣ ਚਿੰਨ੍ਹ ਹਨ ਅਸੀਂ ਇਹ ਆਪ ਜੀ ਨੂੰ ਲਿਖ ਕੇ ਦੱਸਦੇ ਹਾਂ। ਤੀਵਰ ਸਿਰਫ ਇੱਕ ਸੁਰ ਹੁੰਦਾ ਹੈ, ਜਾਣੀ ਕਿ ਮੱਧਮ ਸੁਰ ਤੀਵਰ ਹੁੰਦਾ ਹੈ। ਜਿਵੇਂ ਕਿ ਐ ਮੈਂ ਮਾਂ ਲਿਖਿਆ ਹੈ, ਮੱਧਮ ਲਿਖਿਆ ਹੈ, ਪਰ ਕਿਵੇਂ ਪਤਾ ਲੱਗੇ ਕਿ ਇਹ ਤੀਵਰ ਕਿਵੇਂ ਬਣਨਾ ਹੈ? ਤਾਂ ਇਸ ਦੇ ਉੱਪਰ ਅਸੀਂ ਬਿਲਕੁਲ ਖੜਵੀਂ ਲਕੀਰ ਖਿੱਚਾਂਗੇ। ਆ ਜਿਸ ਤਰ੍ਹਾਂ ਉੱਪਰ ਖੜਵੀਂ ਲਕੀਰ ਖਿੱਚ ਦਿੱਤੀ, ਇਹ ਕੀ ਬਣ ਗਿਆ? ਤੀਵਰ ਮੱਧਮ, ਜਾਣੀ ਆਪਣੇ ਸਥਾਨ ਤੋਂ ਉੱਪਰ ਵੱਲ ਨੂੰ ਚਲਾ ਗਿਆ। ਮੱਧਮ ਦੇ ਉੱਪਰ ਜਦੋਂ ਖੜਵੀਂ ਲਕੀਰ ਆ ਜਾਏ ਇਹ ਤੀਵਰ ਮੱਧਮ ਦਾ ਪਹਿਚਾਣ ਚਿੰਨ੍ਹ ਹੈ। ਲੇਕਿਨ ਜਦੋਂ ਇਸ ਦੇ ਉੱਪਰ ਖੜਵੀਂ ਲਕੀਰ ਨਾ ਹੋਵੇ, ਬਿਲਕੁਲ ਮੁਕਤਾ ਹੋਵੇ, ਤਾਂ ਇਹ ਕੀ ਹੈ? ਸ਼ੁੱਧ ਮੱਧਮ। ਸੋ ਆਪ ਜੀ ਕੋਮਲ ਅਤੇ ਤੀਵਰ ਸੁਰਾਂ ਬਾਰੇ ਸਮਝ ਗਏ ਹੋਵੋਗੇ। ਆਪ ਜੀ ਚੱਲ ਸੁਰਾਂ ਬਾਰੇ ਸਮਝ ਗਏ ਹੋਵੋਗੇ। ਹੁਣ ਅਸੀਂ ਜਾਣਨਾ ਹੈ ਅਚਲ ਸੁਰਾਂ ਬਾਰੇ।
ਅਚਲ ਸੁਰ ਤੋਂ ਭਾਵ ਜਿਹੜੇ ਸੁਰ ਆਪਣੇ ਸਹੀ ਸਥਾਨ ਤੇ ਟਿਕੇ ਰਹਿੰਦੇ ਹਨ, ਨਾ ਹੇਠਾਂ ਵੱਲ ਨੂੰ ਜਾਂਦੇ ਨੇ ਨਾ ਉੱਪਰ ਵੱਲ ਨੂੰ ਜਾਂਦੇ ਹਨ। ਅਚਲ ਸੁਰ ਸਿਰਫ ਦੋ ਹੁੰਦੇ ਹਨ, ਅਸੀਂ ਹਾਰਮੋਨੀਅਮ ਤੇ ਦੱਸਦੇ ਹਾਂ। ਪਹਿਲਾ ਸੁਰ ਹੈ ਸਾ, ਸਾ ਸੁਰ, ਇਹ ਅਚਲ ਸੁਰ ਹੈ। ਦੂਸਰਾ ਹੈ ਪਾ ਸੁਰ, ਜਾਣੀ ਛੜਜ ਜਾਂ ਪੰਚਮ। ਇਹ ਦੋਨੋਂ ਸੁਰ ਅਚਲ ਸੁਰ ਹਨ। ਇਹ ਆਪਣੇ ਸਹੀ ਸਥਾਨ ਤੇ ਟਿਕੇ ਰਹਿੰਦੇ ਹਨ। ਇਹ ਨਾ ਕੋਮਲ ਹੁੰਦੇ ਹਨ ਅਤੇ ਨਾ ਹੀ ਇਹ ਤੀਵਰ ਬਣਦੇ ਹਨ, ਜਾਣੀ ਕੋਮਲ ਤੇ ਤੀਵਰ, ਛੜਜ ਤੇ ਪੰਚਮ ਨਹੀਂ ਹੁੰਦੇ। ਇਹ ਹਮੇਸ਼ਾ ਸ਼ੁੱਧ ਹੀ ਹੁੰਦੇ ਹਨ ਅਤੇ ਆਪਣੇ ਸਹੀ ਸਥਾਨ ਤੇ ਟਿਕੇ ਰਹਿੰਦੇ ਹਨ। ਅਚਲ ਸੁਰਾਂ ਬਾਰੇ, ਅਚਲ ਸੁਰ ਸਿਰਫ ਦੋ ਹੀ ਹੁੰਦੇ ਹਨ, ਸਾ ਅਤੇ ਪਾ, ਛੜਜ ਜਾਂ ਪੰਚਮ। ਪਿਆਰੇ ਵਿਦਿਆਰਥੀਓ, ਇਹਨਾਂ ਦਾ ਕੋਈ ਵੀ ਪਹਿਚਾਣ ਚਿੰਨ੍ਹ ਨਹੀਂ ਹੁੰਦਾ। ਜਿਵੇਂ ਮੈਂ ਪਿੱਛੇ ਦੱਸ ਚੁੱਕਾ ਹਾਂ ਕਿ ਸ਼ੁੱਧ ਸੁਰਾਂ ਦਾ ਕੋਈ ਪਹਿਚਾਣ ਚਿੰਨ੍ਹ ਨਹੀਂ ਹੁੰਦਾ। ਜਿਵੇਂ ਅਸੀਂ ਦੇਖਾਂਗੇ, ਹੁਣ ਇਹ ਸੁਰ ਜੋ ਹਨ, ਇਹ ਕੀ ਹਨ? ਇਹ ਬਿਲਕੁਲ ਸ਼ੁੱਧ ਸੁਰ ਹਨ। ਸਾ, ਰੇ, ਗਾ, ਮਾ, ਪਾ, ਧਾ, ਨੀ, ਇਹ ਬਿਲਕੁਲ ਸ਼ੁੱਧ ਸੁਰ ਹਨ। ਲੇਕਿਨ ਜਦੋਂ ਅਸੀਂ ਰੇ ਦੇ ਹੇਠਾਂ, ਗਾ ਦੇ ਹੇਠਾਂ ਅਤੇ ਧਾ ਦੇ ਹੇਠਾਂ ਅਤੇ ਨੀ ਦੇ ਹੇਠਾਂ ਸਿੱਧੀਆਂ ਖੜਵੀਆਂ ਲਕੀਰਾਂ ਖਿੱਚ ਦਿਆਂਗੇ, ਇਹ ਬਣ ਜਾਣਗੇ ਕੋਮਲ ਸੁਰ। ਅਤੇ ਜਦੋਂ ਮੱਧਮ ਦੇ ਉੱਪਰ ਸਿੱਧੀ ਲਕੀਰ ਖਿੱਚ ਦਿਆਂਗੇ, ਇਹ ਬਣ ਜਾਏਗੀ ਤੀਵਰ ਮੱਧਮ। ਲੇਕਿਨ ਛੜਜ ਅਤੇ ਪੰਚਮ, ਇਹਨਾਂ ਨੂੰ ਅਸੀਂ ਬਿਲਕੁਲ ਕਿਸੇ ਚਿੰਨ੍ਹ ਦੇ ਨਾਲ ਨਹੀਂ ਕਰਨਾ। ਇਹ ਜੋ ਦੋ ਸੁਰ ਹਨ, ਇਹ ਬਿਲਕੁਲ ਮੁਕਤੇ ਹੁੰਦੇ ਹਨ। ਨਾ ਇਹਨਾਂ ਦੇ ਉੱਪਰ ਖੜਵੀਂ ਲਕੀਰ, ਨਾ ਇਹਨਾਂ ਦੇ ਹੇਠਾਂ ਕੋਈ ਸਿੱਧੀ ਲਕੀਰ। ਇਸ ਲਈ ਬਿਲਕੁਲ ਚਿੰਨ੍ਹ ਮੁਕਤ ਹੁੰਦੇ ਹਨ। ਪਿਆਰੇ ਵਿਦਿਆਰਥੀਓ, ਆਪ ਜੀ ਕੋਮਲ, ਤੀਵਰ ਅਤੇ ਸ਼ੁੱਧ ਸੁਰਾਂ ਦੇ ਪਹਿਚਾਣ ਚਿੰਨ੍ਹ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਹੁਣ ਆਪ ਜੀ ਦੇਖ ਰਹੇ ਹੋ ਕਿ ਇਹ ਮੈਂ ਨਿਸ਼ਾਦ ਲਿਖਿਆ ਹੈ, ਯਾਨੀ ਕਿ ਨੀ। ਇਸ ਨੂੰ ਅਸੀਂ ਕੋਮਲ ਕਰ ਦਿਆਂਗੇ। ਹੁਣ ਨੀ ਤੇ ਕੋਮਲ ਹੈ, ਲੇਕਿਨ ਕਿਸ ਸਪਤਕ ਦੀ ਹੈ ਇਹ ਸਾਨੂੰ ਪਤਾ ਨਹੀਂ ਹੈ। ਜਦੋਂ ਅਸੀਂ ਇਸ ਦੇ ਹੇਠਾਂ ਇੱਕ ਛੋਟਾ ਜਿਹਾ ਚਿੰਨ੍ਹ ਪਾ ਦਿਆਂਗੇ, ਆਪ ਜੀ ਦੇਖ ਰਹੇ ਹੋਵੋਗੇ ਇੱਕ ਛੋਟਾ ਜਿਹਾ ਚਿੰਨ੍ਹ। ਹੁਣ ਇਹ ਕੀ ਬਣ ਗਈ? ਮੰਦਰ ਸਪਤਕ ਦੀ ਨੀ। ਇਸੇ ਤਰ੍ਹਾਂ ਦੈਵਤ, ਦੈਵਤ ਕੋਮਲ ਹੈ, ਲੇਕਿਨ ਜਦੋਂ ਅਸੀਂ ਇਸ ਦੇ ਹੇਠਾਂ ਇੱਕ ਛੋਟਾ ਜਿਹਾ ਬਿੰਦੂ ਪਾ ਦਿਆਂਗੇ, ਇਸ ਤਰ੍ਹਾਂ ਆਪ ਜੀ ਦੇਖ ਰਹੇ ਹੋਵੋਗੇ, ਇਹ ਕੀ ਬਣ ਗਿਆ? ਮੰਦਰ ਸਪਤਕ ਦਾ ਕੋਮਲ ਦੈਵਤ। ਹੁਣ ਇਹ ਜੋ ਨੀ, ਧਾ, ਇਹ ਕੋਮਲ ਹਨ ਪਰ ਮੰਦਰ ਸਪਤਕ ਦੇ ਹਨ। ਇਸੇ ਤਰ੍ਹਾਂ ਸਾਰਾ ਨਿਯਮ ਚੱਲੀ ਜਾਣਾ ਹੈ। ਪਾ, ਮਾ ਜੇ ਮੱਧਮ ਹੈ, ਇਹ ਹੁਣ ਤੀਵਰ ਮੱਧਮ ਹੈ, ਲੇਕਿਨ ਜਦੋਂ ਇਸ ਦੇ ਹੇਠਾਂ ਇੱਕ ਛੋਟਾ ਜਿਹਾ ਬਿੰਦੂ ਪੈ ਜਾਏਗਾ, ਇਹ ਤੀਵਰ ਮੱਧਮ ਮੰਦਰ ਸਪਤਕ ਦੀ ਬਣ ਜਾਏਗੀ। ਇਹ ਨਿਯਮ ਸਾਰਾ ਤੁਸੀਂ ਸਮਝ ਹੀ ਗਏ ਹੋਵੋਗੇ। ਹੁਣ ਅਸੀਂ ਗੱਲ ਕਰਾਂਗੇ ਤਾਰ ਸਪਤਕ ਦੀ। ਤਾਰ ਸਪਤਕ ਦੇ ਚਿੰਨ੍ਹ ਕੀ ਹਨ? ਜਿਵੇਂ ਕਿ ਅਸੀਂ ਰਿਸ਼ਵ ਤੋਂ ਸ਼ੁਰੂ ਕਰਦੇ ਹਾਂ। ਇਹ ਦੇਖੋ, ਇਹ ਰੇ ਹੈ। ਹੁਣ ਇਹ ਰੇ ਕਿਵੇਂ ਪਤਾ ਲੱਗੇ ਕਿ ਕਿਸ ਸਪਤਕ ਦੀ ਹੈ? ਅਸੀਂ ਕੀ ਕਰਾਂਗੇ, ਇਹਦੇ ਉੱਪਰ ਇੱਕ ਛੋਟਾ ਜਿਹਾ ਬਿੰਦੂ ਪਾ ਦਿਆਂਗੇ ਤੇ ਹੇਠਾਂ ਇੱਕ ਸਿੱਧੀ ਲਕੀਰ ਖਿੱਚ ਦਿਆਂਗੇ। ਹੁਣ ਇਹ ਰੇ ਕੋਮਲ ਹੈ, ਲੇਕਿਨ ਤਾਰ ਸਪਤਕ ਦੀ ਹੈ। ਇਸੇ ਤਰ੍ਹਾਂ ਗੰਧਾਰ, ਇਹ ਕੋਮਲ ਹੈ, ਉੱਪਰ ਬਿੰਦੀ ਪਾ ਦਿੱਤੀ ਤੇ ਕੀ ਬਣ ਗਿਆ? ਤਾਰ ਸਪਤਕ ਦਾ ਕੋਮਲ ਗੰਧਾਰ। ਇਹ ਸਾਰਾ ਨਿਯਮ ਇਸੇ ਤਰ੍ਹਾਂ ਚੱਲੀ ਜਾਣਾ। ਜਿਵੇਂ ਕੋਮਲ ਸੁਰਾਂ ਦੇ ਹੇਠਾਂ ਬਿੰਦੂ ਹੋਵੇ ਤੇ ਉਹ ਮੰਦਰ ਸਪਤਕ ਦੇ ਸੁਰ ਹੁੰਦੇ ਹਨ, ਇਸੇ ਤਰ੍ਹਾਂ ਜਦੋਂ ਤਾਰ ਸਪਤਕ ਦੇ ਕੋਮਲ ਸੁਰ ਹੋਣ ਤਾਂ ਉਹਨਾਂ ਦੇ ਉੱਪਰ ਬਿੰਦੂ ਹੁੰਦਾ ਹੈ। ਜੇ ਪੰਚਮ ਹੈ ਤਾਂ ਉਸ ਦੇ ਉੱਪਰ ਬਿੰਦੂ, ਜੇ ਤੀਵਰ ਮੱਧਮ ਹੈ ਤਾਂ ਉਸ ਦੇ ਵੀ ਉੱਪਰ ਬਿੰਦੂ। ਇਹ ਨਿਯਮ ਇਸੇ ਤਰ੍ਹਾਂ ਹੀ ਚੱਲਣਾ ਹੈ। ਸੋ ਪਿਆਰੇ ਵਿਦਿਆਰਥੀਓ, ਹੁਣ ਆਪ ਜੀ ਸਮਝ ਗਏ ਹੋਵੋਗੇ ਕਿ ਜਦੋਂ ਸੁਰ ਕੋਮਲ ਹੋਵੇ, ਤੀਵਰ ਹੋਵੇ ਜਾਂ ਸ਼ੁੱਧ ਹੋਵੇ, ਉਹ ਕਿਸੇ ਵੀ ਸਪਤਕ ਦਾ ਹੋਵੇ, ਉਸ ਦਾ ਉਹ ਚਿੰਨ੍ਹ ਬਦਲਦਾ ਨਹੀਂ, ਪਰ ਸਪਤਕ ਦਾ ਚਿੰਨ੍ਹ ਜਿਹੜਾ ਹੈ ਉਹ ਨਾਲ ਲੱਗ ਜਾਂਦਾ ਹੈ। ਗੁਰਬਾਣੀ ਕੀਰਤਨ ਸਿੱਖ ਰਹੇ ਪਿਆਰੇ ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਕਿ ਆਪ ਜੀ ਨੂੰ ਸਾਡੇ ਵੱਲੋਂ ਦਿੱਤੀ ਹੋਈ ਇਹ ਸਾਰੀ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਮੈਨੂੰ ਇਹ ਵੀ ਪੂਰੀ ਉਮੀਦ ਹੈ
ਕਿ ਆਪ ਜੀ ਸਾਡੀ ਇਸ ਜਾਣਕਾਰੀ ਤੋਂ ਪੂਰਾ ਲਾਹਾ ਉਠਾਓਗੇ। ਪਿਆਰੇ ਵਿਦਿਆਰਥੀਓ, ਆਪ ਜੀ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਵਿੱਚ ਆਪਣਾ ਹਿੱਸਾ ਪਾਓ। ਇੱਥੇ ਹੀ ਅਸੀਂ ਫਤਿਹ ਬੁਲਾਉਂਦੇ ਹਾਂ। ਪਿਆਰ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।